ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਸਾਮਰਥੀ ਪਰਮੇਸ਼ਵਰ, ਜ਼ਿੰਦਾ ਪਰਮੇਸ਼ਵਰ, ਆਤਮਹਾਨ ਖੁਦਾਵੰਦ ਖੁਦਾ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਾਨੂੰ ਬਣਾਉਣ ਵਾਲਾ, ਹਰ ਇੱਕ ਚੀਜ਼ ਉਤਪੰਨ ਕਰਨ ਵਾਲੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਉਸ ਦੀ ਕਰੁਣਾ ਸੱਚਮੁੱਚ ਮਹਾਨ ਹੈ। ਉਹ ਦਇਆ ਦਾ ਸਾਗਰ ਹੈ। ਧੰਨਵਾਦ ਕਰਦੀ ਹਾਂ ਉਹਦੀ ਬਲੈਸਿੰਗ ਦੇ ਲਈ, ਉਹਦੇ ਵੱਡੀ ਉਪਕਾਰਾਂ ਦੇ ਲਈ ਜੋ ਉਹਨੇ ਸਾਡੀ ਲਾਈਫ 'ਚ ਕੀਤੇ ਆ, ਤੁਹਾਡੀ ਲਾਈਫ 'ਚ ਕੀਤੇ ਆ। ਤੁਹਾਨੂੰ ਜ਼ਿੰਦਾ ਧਰਤੀ 'ਤੇ ਰੱਖਿਆ, ਤੁਹਾਨੂੰ ਹਰ ਇੱਕ ਬਲੈਸਿੰਗ ਦੇ ਰਿਹਾ। ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਜਿੰਨਾ ਸਮਾਂ ਉਹਦਾ ਧੰਨਵਾਦ ਕਰੀਏ ਸਾਡੇ ਲਈ ਓਨਾ ਹੀ ਥੋੜ੍ਹਾ ਹੈ। ਮੈਂ ਉਸ ਦੀ ਲੱਖਾਂ ਵਾਰ ਧੰਨਵਾਦ ਕਰਦੀ। ਅੱਜ ਦੇ ਦਿਨ ਦੇ ਲਈ ਵੀ ਧੰਨਵਾਦ ਕਰਦੀ, ਇਸ ਸੁੰਦਰ ਸਮੇਂ ਦੇ ਲਈ ਧੰਨਵਾਦ ਕਰਦੀ, ਉਹਦੇ ਰੈਵਲੇਸ਼ਨਸ ਦੇ ਲਈ, ਭੇਦਾਂ ਦੇ ਲਈ ਧੰਨਵਾਦ ਕਰਦੀ ਹਾਂ। ਔਰ ਉਸ ਦਾ ਜੋ ਆਪਣੇ ਕੰਮਾਂ ਲਈ ਯੂਜ਼ ਕਰ ਰਿਹਾ, ਉਹਦਾ ਲੱਖਾਂ ਵਾਰ ਧੰਨਵਾਦ ਕਰ ਰਹੀ ਹਾਂ। ਮੈਂ ਵਚਨ ਪੜ੍ਹ ਰਹੀ ਸੀ, यूहन्ना ਉਹਦਾ ਪਹਿਲਾ बाप, ਉਹਦੀ ਪਹਿਲੀ ਐਚ 'ਚ ਲਿਖਿਆ है, आदि में वचन था और वचन परमेश्वर के साथ था और वचन परमेश्वर था। ਸਾਰੇ ਜਾਣਦੇ ਇਸ ਵਚਨ ਨੂੰ, ਜਿਹੜੇ ਬਾਈਬਲ ਪੜ੍ਹਦੇ ਆ, ਜਿਨ੍ਹਾਂ ਕੋਲ ਹੈਗੀ ਹੈ, ਜੋ ਪਰਮੇਸ਼ਵਰ ਦੀ ਸੰਤਾਨ ਨੇ, ਜੋ ਪਰਮੇਸ਼ਵਰ ਦੇ ਵਿੱਚ ਜੰਮੇ ਹੈ, ਜਿਨ੍ਹਾਂ ਦਾ ਜਿਹੜੇ ਪਰਮੇਸ਼ਵਰ ਨਾਲ ਸੰਬੰਧ ਰੱਖਦੇ, ਉਹਨਾਂ ਨੂੰ ਪਤਾ ਕਿ ਬਾਈਬਲ 'ਚ ਲਿਖਿਆ। ਜਿਹੜੇ ਨਹੀਂ ਜਾਣਦੇ ਕਿ ਇਹ ਧਰਤੀ, ਅਸਮਾਨ, ਮੈਂ, ਤੁਸੀਂ, ਇਹ ਜਦੋਂ ਕੁਝ ਵੀ ਨਹੀਂ ਸੀ ਇਸ ਧਰਤੀ 'ਤੇ, ਉਦੋਂ ਕੀ ਸੀ? ਜਦੋਂ ਅਸਮਾਨ ਵੀ ਨਹੀਂ ਸੀ, ਤਾਰੇ ਵੀ ਨਹੀਂ ਸੀ, ਜ਼ਮੀਨ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ, ਜਾਨਵਰ ਵੀ ਨਹੀਂ ਸੀ, ਪੇੜ ਪੌਦੇ, ਨਥਿੰਗ, ਕੁਝ ਵੀ ਨਹੀਂ ਸੀ, ਤਾਂ ਇੱਥੇ ਕੀ ਸੀ? ਫਿਰ ਕੀ ਸੀਗਾ? ਸਭ ਤੋਂ ਪਹਿਲਾਂ ਕੀ ਸੀਗਾ? ਔਰ ਬਾਣੀ ਕਹਿੰਦੀ ਹੈ, ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਆਦਿ ਮੇਂ ਵਚਨ ਥਾ, ਸ਼ਬਦ ਸੀ ਜਿਹੜਾ ਦੇਹਧਾਰੀ ਹੋਇਆ, ਸ਼ਬਦ ਸੀਗਾ, ਵਚਨ ਸੀਗਾ, ਪਰਮੇਸ਼ਵਰ ਦਾ ਵਚਨ ਮੂੰਹ 'ਚੋਂ ਨਿਕਲਿਆ ਜਿਹੜਾ ਸੀਗਾ, ਉਹ ਵਚਨ ਸੀਗਾ। ਸਭ ਤੋਂ ਪਹਿਲਾਂ ਕੀ ਸੀਗਾ? ਵਚਨ ਸੀਗਾ। ਜਦੋਂ ਕੁਝ ਵੀ ਨਹੀਂ ਸੀ, ਉਦੋਂ ਵਚਨ ਸੀਗਾ। ਔਰ ਵਚਨ ਪਰਮੇਸ਼ਵਰ ਕੇ ਸਾਥ ਥਾ ਔਰ ਵਚਨ ਪਰਮੇਸ਼ਵਰ ਥਾ। ਸਭ ਤੋਂ ਪਹਿਲਾਂ ਕੀ ਸੀ? ਵਚਨ ਸੀਗਾ, ਸ਼ਬਦ ਸੀਗਾ। ਇਹ ਪਰਮੇਸ਼ਰ ਦੀ ਪ੍ਰੇਰਨਾ ਪਾ ਕੇ ਜੋ ਉਹਦੇ ਦਾਸਾਂ ਨੇ ਲਿਖਿਆ ਹੈ, ਇਹ ਸੀਗਾ ਸਭ ਤੋਂ ਪਹਿਲਾਂ, ਜਿਹਦੀ ਅੱਜ ਅਸੀਂ ਪਰਮੇਸ਼ਰ ਦੇ ਵਚਨਾਂ ਦਾ ਪ੍ਰਚਾਰ ਕਰਦੇ ਔਰ ਦੱਸਦੇ ਹਾਂ ਕਿ ਪਰਮੇਸ਼ਰ ਕੀ ਕਹਿਣਾ ਚਾਹੁੰਦੇ ਆ। ਸਭ ਤੋਂ ਪਹਿਲਾਂ ਇਹ ਵਚਨ ਸੀਗਾ, ਸ਼ਬਦ ਸੀਗਾ, ਜੋ ਉਹਦੇ ਮੁਖ ਤੋਂ ਨਿਕਲਿਆ ਔਰ ਇੱਕ ਧਰਤੀ ਔਰ ਆਕਾਸ਼ ਬਣਿਆ। ਮੈਨੂੰ ਬਾਕੀ ਨਹੀਂ ਪਤਾ, ਮੈਨੂੰ ਆਪਣੇ ਪਰਮੇਸ਼ਰ ਦੇ ਵਚਨ ਬਾਰੇ, ਮੈਨੂੰ ਇਸ ਬਾਈਬਲ ਬਾਰੇ ਪਤਾ ਕਿ ਜਦੋਂ ਬਾਈਬਲ ਅਸੀਂ ਖੋਲ੍ਹਦੇ ਹਾਂ, ਇਹਦੀ ਪਹਿਲੀ ਪੁਸਤਕ ਆ ਉਤਪਤੀ, ਪੰਜਾਬੀ 'ਚ, ਹਿੰਦੀ 'ਚ ਉਤਪਤੀ, ਇੰਗਲਿਸ਼ 'ਚ ਜੈਨੇਸਿਸ, ਜਿਹਦੇ ਵਿੱਚ ਸਟਾਰਟਿੰਗ ਦੇ ਵਿੱਚ ਪਹਿਲੇ ਚੈਪਟਰ ਦੇ ਵਿੱਚ ਹੀ ਲਿਖਿਆ ਕਿ ਕ੍ਰੀਏਟਰ ਨੇ ਕਿੱਦਾਂ ਇਹ ਕ੍ਰੀਏਟ ਕੀਤੀ ਸਾਰੀ ਸ੍ਰਿਸ਼ਟੀ ਔਰ ਅਸਮਾਨ, ਆਦਮੀ ਨੂੰ ਕਿੱਦਾਂ ਬਣਾਇਆ, ਜੀਵ ਜੰਤੂ ਕਿੱਦਾਂ ਬਣਾਏ, ਜਾਨਵਰ, ਪੇੜ ਪੌਦੇ, ਐਵਰੀਥਿੰਗ ਇਸ ਧਰਤੀ 'ਤੇ ਕਿੱਦਾਂ ਇਹ ਬਣੀ। ਇਹ ਪਰਮੇਸ਼ਰ ਦੀ ਬਾਣੀ ਵਿੱਚ ਪਹਿਲੇ ਚੈਪਟਰ ਦੇ ਵਿੱਚ ਲਿਖਿਆ। ਇਹ ਮੇਰੀ ਪਿਛਲੀ ਵੀਡੀਓ ਅੱਜ ਤੋਂ 2-3 ਮਹੀਨੇ ਪਹਿਲਾਂ ਵੀਡੀਓ ਪਾਈ ਸੀ, ਉਹਦੇ ਵਿੱਚ ਲਿਖਿਆ ਸੀ ਕਿ ਹਾਊ ਗੋਡ ਕ੍ਰੀਏਟਡ ਹੈਵਨ ਐਂਡ ਅਰਥ। ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ਰ ਨੇ ਅਸਮਾਨ ਔਰ ਜ਼ਮੀਨ ਨੂੰ ਕਿੱਦਾਂ ਬਣਾਇਆ। ਔਰ ਇੱਥੇ ਅੱਜ ਮੈਂ ਪਰਮੇਸ਼ਰ ਦੇ ਵਚਨ 'ਚ ਦੇਖਿਆ ਕਿ ਤੁਹਾਨੂੰ ਸਮਝਾਉਣਾ ਚਾਹੁੰਦੀ ਕਿ ਕੀ ਲਿਖਿਆ, ਆਦਿ ਮੇਂ ਵਚਨ ਥਾ ਔਰ ਵਚਨ ਪਰਮੇਸ਼ਰ ਕੇ ਸਾਥ ਥਾ ਔਰ ਵਚਨ ਪਰਮੇਸ਼ਰ ਥਾ। ਸਟਾਰਟਿੰਗ ਦੇ ਵਿੱਚ ਇੱਕ ਸ਼ਬਦ ਸੀਗਾ ਜਿਸ ਤੋਂ ਸਭ ਕੁਝ ਉਤਪੰਨ ਹੋਇਆ, ਔਰ ਇਹ ਸ਼ਬਦ ਹੀ ਪਰਮੇਸ਼ਰ ਹੈ ਔਰ ਇਹ ਪਰਮੇਸ਼ਰ ਦੇ ਨਾਲ ਸੀਗਾ। ਯਹੀ ਆਦि में परमेश्वर के साथ था, सब कुछ उसी के द्वारा उत्पन्न हुआ। उस शब्द के नाल सब कुछ उत्पन्न होया। परमेश्वर ने क्या, आकाश बन जाए, आकाश बन गया, धरती बन जाए, धरती बन गया। जो कुछ भी उन्हें किया वो बनन लग गया। और परमेश्वर ने क्या, सोना हो रहा, सोना हो रहा, सब कुछ बना के लास्ट परमेश्वर ने आदम नूं बनाया 6वें दिन, तो 7वें दिन आराम किया। परमेश्वर ने जो 6वें दिन आदम नूं बनाया तो मिट्टी तो बनाया। तो इत्थे की लिखिया, सब कुछ उसी के द्वारा उत्पन्न हुआ और जो कुछ उत्पन्न हुआ है उसमें से कोई भी वस्तु उसके बिना उत्पन्न नहीं हुई। सब कुछ उससे उत्पन्न हुआ। सब कुछ जो भी है परमेश्वर के द्वारा उत्पन्न हुआ है और कोई भी वस्तु उसके बिना उत्पन्न नहीं हुई। बाइबल बयान कर रही है, मैं नहीं बोल रही। परमेश्वर का वचन कह रहा कि जो कुछ भी क्रिएट किया गया है ना, वो परमेश्वर के द्वारा क्रिएट किया गया है। नेचर, इन्वायरमेंट, एवरीथिंग, और उस तो बिना कोई भी वस्तु उत्पन्न नहीं हुई। कुछ भी उत्पन्न नहीं होया। उस तो बिना कोई जन्म नहीं लै सकता, उस तो बिना कोई मृत्यु नहीं हो सकती। ये सब कुछ ਉਹਦੇ ਹੱਥ ਦੇ ਵਿੱਚ ਹੈ। ਮੌਤ ਤੇ ਪਤਾਲ ਦੀਆਂ ਕੁੰਜੀਆਂ ਉਹਦੇ ਹੱਥ ਵਿੱਚ ਆ। ਉਹ ਕੁਝ ਵੀ ਕਰ ਸਕਦਾ ਹੈ। ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ। ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ। ਤੇ ਅੱਜ ਤੁਸੀਂ ਤੇ ਮੈਂ, ਅਸੀਂ ਕਿੱਦਾਂ ਆਪਣੇ ਡਿਸੀਜਨ ਆਪੇ ਲਈ ਜਾਂਦੇ ਹਾਂ
ਕਿੱਦਾਂ ਉਤਪਤੀ ਕਰੀ ਜਾਂਦੇ ਆ, ਕਿੱਦਾਂ ਅੱਗੇ ਵਧੀ ਜਾਂਦੇ ਆ। ਆਪਣੀ ਜ਼ਿੰਦਗੀ 'ਚ ਗੌਰ ਕਰੀਏ ਕਿ ਉਸ ਤੋਂ ਬਿਨਾਂ ਕੁਝ ਵੀ ਨਹੀਂ ਹੋਇਆ, ਉਹਦੇ ਨਾਲ ਹੀ ਸਭ ਕੁਝ ਉਤਪੰਨ ਹੋਇਆ, ਉਹਨੇ ਹੀ ਸਭ ਕੁਝ ਉਤਪੰਨ ਕੀਤਾ ਹੈ। ਤਾਂ ਆਪਾਂ ਵੀ ਜਦੋਂ ਕੋਈ ਉਤਪਤੀ ਕਰਨੀ ਹੈ, ਕੋਈ ਚੀਜ਼ ਕਰਨੀ ਹੈ, ਕੁਝ ਡਿਸੀਜਨ ਲੈਣਾ ਹੈ, ਪਲਾਨ ਕਰਨਾ ਹੈ, ਲਾਈਫ 'ਚ ਵਧਣਾ, ਤਾਂ ਪਰਮੇਸ਼ਰ ਨੂੰ ਪੁੱਛੀਏ। ਪਰਮੇਸ਼ਰ ਨੂੰ ਪੁੱਛ ਕੇ ਅਗਰ ਉਹ ਸਾਡੀ ਉਤਪਤੀ ਕਰਨਾ ਜਾਣਦਾ ਉਸ ਚੀਜ਼ ਦੀ, ਤਾਂ ਉਹ ਉਤਪਤੀ ਕਰੇਗਾ ਔਰ ਉਸ ਦੇ ਵਿੱਚ ਬਲੈਸਿੰਗ ਮਿਲਾਏਗਾ, ਨਿਰਾਸ਼ਾ ਨਹੀਂ ਹੋਏਗੀ। ਕਿਉਂਕਿ ਜਦੋਂ ਉਹ ਬਲੈਸ ਕਰਦਾ ਹੈ, ਜਦੋਂ ਉਹ ਆਸ਼ੀਸ਼ ਦਿੰਦਾ, ਉਹਦੇ ਵਿੱਚ ਦੁੱਖ ਨਹੀਂ ਮਿਲਦਾ। बाणी च लिखा कि सब कुछ उसी से उत्पन्न हुआ, उसके बिना कोई भी कुछ उत्पन्न हुआ, सब कुछ उसी के द्वारा उत्पन्न हुआ, और जो कुछ उत्पन्न हुआ है उसमें से कोई भी वस्तु उसके बिना उत्पन्न नहीं हुई। परमेश्वर तो बिना कोई सूरज चंद नहीं बनया, परमेश्वर तो बिना कोई तारे और मनुष्य नहीं बनया, परमेश्वर तो बिना कोई ग्रह मंडल नहीं बनया, परमेश्वर तो बिना कोई समुद्र नदियां जीव जंतु कुछ नहीं परमेश्वर तो बिना बनया। ये सब कुछ ਉਹਦੇ ਹੱਥਾਂ ਦੀ ਰਚਨਾ ਹੈ, ਤੁਸੀਂ ਔਰ ਮੈਂ ਉਹਦੇ ਹੱਥਾਂ ਦੀ ਰਚਨਾ ਹਾਂ। ਤਾਂ ਫਿਰ ਜਦੋਂ ਸਭ ਕੁਝ ਉਹਨੇ ਹੀ ਪੈਦਾ ਕੀਤਾ ਹੈ, ਫਿਰ ਅਸੀਂ ਕਿਸ ਗੱਲ ਦਾ ਮਾਣ ਕਰਦੇ ਹਾਂ? ਉਹ ਚਾਹੇ ਤਾਂ 1 ਮਿੰਟ 'ਚ ਨਾਸ਼ ਕਰ ਸਕਦਾ ਹੈ, ਉਹ ਚਾਹੇ ਤਾਂ 1 ਮਿੰਟ 'ਚ ਸਵਾਰ ਸਕਦਾ ਹੈ। ਉਹਦੇ ਹੱਥਾਂ ਵਿੱਚ ਸਭ ਕੁਝ ਹੈ। ਹੀ ਮੇਡ ਐਵਰੀਥਿੰਗ, ਉਹਨੇ ਸਭ ਕੁਝ ਬਣਾਇਆ ਸਾਡੇ ਲਈ, ਸਾਡੇ ਤੋਂ ਪਹਿਲਾਂ ਬਣਾਇਆ ਤਾਂ ਕਿ ਅਸੀਂ ਇਹਨਾਂ ਉੱਤੇ ਰਾਜ ਕਰੀਏ, ਇਹਨਾਂ ਦੇ ਵਿੱਚ ਰਹੀਏ। ਪਰਮੇਸ਼ਰ ਸਭ ਕੁਝ ਬਣਾਉਣ ਵਾਲਾ। ਅਗਰ ਅੱਜ ਤੁਹਾਡੀ ਜ਼ਿੰਦਗੀਆਂ ਨਹੀਂ ਬਣੀਆਂ ਹੋਈਆਂ, ਜ਼ਿੰਦਗੀਆਂ ਨਿਰਾਸ਼ਾ ਦੇ ਵਿੱਚ ਨੇ, ਪੇਨ ਦੇ ਵਿੱਚ, ਦੁਖੀ ਹੈ ਹਾਲਾਤ ਤੇ ਬਿਮਾਰੀਆਂ ਦੇ ਵਿੱਚ ਹੋ, ਤਾਂ ਪਰਮੇਸ਼ਰ ਤੁਹਾਡੀ ਨਵੀਂ ਜ਼ਿੰਦਗੀ ਨੂੰ ਬਣਾਉਣ ਵਾਲਾ ਹੈ। ਪਰਮੇਸ਼ਰ ਤੁਹਾਨੂੰ ਨਵੀਂ ਆਸ਼ਾ ਦੇਣ ਵਾਲਾ ਹੈ। ਪਰਮੇਸ਼ਰ ਤੁਹਾਨੂੰ ਨਵਾਂ ਜੀਵਨ ਦੇਣ ਵਾਲਾ ਹੈ, ਨਵੀਂ ਬਲੈਸਿੰਗ ਦੇਣ ਵਾਲਾ ਹੈ। ਪਰਮੇਸ਼ਰ ਤੁਹਾਨੂੰ ਨਵਾਂ ਕੰਮ ਦੇਣ ਵਾਲਾ ਹੈ। ਪਰਮੇਸ਼ਰ ਤੇ ਵਿਸ਼ਵਾਸ ਕਰੀਏ, ਪਰਮੇਸ਼ਰ ਤੇ ਯਕੀਨ ਕਰੀਏ, ਪਰਮੇਸ਼ਰ ਤੇ ਭਰੋਸਾ ਕਰੀਏ। ਪਰਮੇਸ਼ਰ ਸਭ ਕੁਝ ਦੇਣ ਵਾਲਾ, ਸਭ ਕੁਝ ਉਤਪੰਨ ਕਰਨ ਵਾਲਾ ਹੈ। ਉਹ ਕ੍ਰੀਏਟਰ ਹੈ। ਕ੍ਰੀਏਟਡ ਥਿੰਗਸ ਜਿਹੜੀਆਂ ਉਹਨੇ ਬਣਾਤੀਆਂ ਚੀਜ਼ਾਂ, ਉਸ ਦੀ ਮਹਿਮਾ ਨਾ ਕਰੀਏ, ਜਿਸ ਨੇ ਚੀਜ਼ਾਂ ਬਣਾਈਆਂ ਉਸ ਦੀ ਮਹਿਮਾ ਕਰੀਏ। ਜਿਹੜੀ ਚੀਜ਼ਾਂ ਨੂੰ ਅਸੀਂ ਮੰਨਦੇ ਹਾਂ, ਜਿਹੜੀ ਚੀਜ਼ਾਂ ਦੀ ਅਸੀਂ ਦੁਆ ਪ੍ਰਾਰਥਨਾ ਜਿੱਤੋਂ ਕਰਦੇ ਹਾਂ, ਅਸੀਂ ਸੋਚੀਏ ਕਿ ਅਸੀਂ ਇਹਨਾਂ ਨੂੰ ਕਿੰਨੇ ਬਣਾਇਆ, ਇਹਨਾਂ ਤੋਂ ਉੱਪਰ ਕੌਣ ਹੈ? ਇੱਕ ਸੱਚਾ ਜਿੰਦਾ ਪਰਮੇਸ਼ਰ ਜੋ ਮਰ ਕੇ ਤੀਸਰੇ ਦਿਨ ਜੀ ਉੱਠਿਆ, ਜੋ ਕੋਈ ਵੀ ਨਹੀਂ ਕਰ ਸਕਿਆ, ਇੱਕ ਵਾਰੀ ਤੋਂ ਜਨਮ ਲਿਆ। ਬਾਈਬਲ ਬਿਆਨ ਕਰਦੀ ਹੈ ਉਸਨੇ ਇੱਕ ਵਾਰੀ ਤੋਂ ਜਨਮ ਲਿਆ ਔਰ ਮਰ ਕੇ ਤੀਸਰੇ ਦਿਨ ਜੀ ਉੱਠਿਆ ਸਾਡੇ ਲਈ ਕਰੂਸ ਤੇ ਜਾਨ ਦੇ ਦਿੱਤੀ, ਸਾਡੇ ਲਈ ਮਾਰ ਖਾਧੀ, ਕੋੜੇ ਖਾਧੇ, ਕੰਡਿਆਂ ਦਾ ਤਾਜ ਪਾਇਆ, ਤਾਂ ਕਿ ਅਸੀਂ ਨਜਾਤ ਪਾ ਜਾਈਏ, ਤਾਂ ਕਿ ਅਸੀਂ ਸ਼ਿਫਾ ਪਾ ਜਾਈਏ, ਤਾਂ ਕਿ ਅਸੀਂ ਆਰਾਮ ਦੀ ਜ਼ਿੰਦਗੀ ਪਾ ਜਾਈਏ, ਤਾਂ ਕਿ ਅਸੀਂ ਸਵਰਗ ਰਾਜ ਦੇ ਲਈ ਤਿਆਰ ਹੋ ਸਕੀਏ। ਪਰਮੇਸ਼ਰ ਨੇ ਬਣਾਇਆ ਸਭ ਕੁਝ, ਉਹਦੇ ਹੱਥਾਂ ਵਿੱਚ ਛੱਡੀਏ ਸਭ ਕੁਝ। ਉਹ ਤੁਹਾਨੂੰ ਬਣਾਉਣ ਦੀ ਵੀ ਤਾਕਤ ਰੱਖਦਾ ਹੈ, ਉਹ ਤੁਹਾਨੂੰ ਅੱਗੇ ਵਧਾਉਣ ਦੀ ਵੀ ਤਾਕਤ ਰੱਖਦਾ ਹੈ। ਉਹਦੀ ਗ੍ਰੇਸ ਮਰਸੀ ਨੂੰ ਫੋਲੋ ਕਰੀਏ, ਉਹਦੇ ਰਾਜ ਤੇ ਧਰਮ ਦੀ ਖੋਜ ਕਰੀਏ, ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ। ਰਿਸੀਵ ਕਰੋ ਅੱਜ ਦੀ ਪ੍ਰਾਰਥਨਾ ਨੂੰ। ਮਹਾਨ ਸਰਵਸ਼ਕਤੀਮਾਨ ਤੇਰਾ ਧੰਨਵਾਦ ਕਰਦੇ ਪਿਤਾ, ਇਹਨਾਂ ਲੋਕਾਂ ਤੇ ਦਇਆ ਕਰ, ਇਹਨਾਂ ਲੋਕਾਂ ਤੇ ਤਰਸ ਖਾ, ਰਹਿਮ ਕਰ ਪਿਤਾ। ਇਹਨਾਂ ਦੀ ਅੱਖਾਂ ਨੂੰ ਖੋਲ, ਮਨਾਂ ਨੂੰ ਖੋਲ, ਤਾਂ ਜੋ ਤੇਰੇ ਵਚਨ ਨੂੰ ਰਿਸੀਵ ਕਰ ਸਕਣ ਕਿ ਸਭ ਕੁਝ ਤੂੰ ਬਣਾਇਆ ਔਰ ਮੈਨੂੰ ਵੀ ਤੂੰ ਬਣਾਉਣ ਵਾਲਾ ਹੈ। ਮੇਰੇ ਆਉਣ ਵਾਲੇ ਜੋ ਵੀ ਵੰਸ਼, ਜੋ ਵੀ ਚੀਜ਼ਾਂ, ਉਹਨਾਂ ਨੂੰ ਤੂੰ ਬਣਾਉਣ ਵਾਲਾ, ਤੂੰ ਦੇਣ ਵਾਲਾ, ਆਸ਼ੀਸ਼ਾਂ ਤੂੰ ਦੇਣ ਵਾਲਾ, ਬਰਕਤਾਂ ਤੂੰ ਦੇਣ ਵਾਲਾ, ਸਾਡੀ ਜ਼ਿੰਦਗੀ ਦੇ ਵਿੱਚ ਕਾਰਜ ਕਰਨ ਵਾਲਾ ਤੂੰ ਹੈ ਪ੍ਰਭੂ। ਮੈਂ ਪ੍ਰਾਰਥਨਾ ਕਰਦੀ ਹਰ ਇੱਕ ਜਨ ਦੇ ਲਈ ਜੋ ਇਸ ਵੀਡੀਓ ਨੂੰ ਵਾਚ ਕਰ ਰਿਹਾ ਪਿਤਾ, ਇਹਨਾਂ ਦੀ ਹਰ ਇੱਕ ਪ੍ਰੋਬਲਮਸ ਨੂੰ ਦੂਰ ਕਰ ਪਿਤਾ, ਹਰ ਇੱਕ ਬਿਮਾਰੀ ਨੂੰ ਦੂਰ ਕਰ, ਹਰ ਇੱਕ ਸ਼ੈਤਾਨ ਦੇ ਕੰਮ ਇਹਨਾਂ ਦੀ ਜ਼ਿੰਦਗੀ 'ਚ ਖਤਮ ਕਰ, ਹਰ ਇੱਕ ਬਿਮਾਰੀਆਂ ਤੋਂ ਇਹਨਾਂ ਨੂੰ ਛੁਟਕਾਰਾ ਦੇ ਪਿਤਾ। ਤੇਰਾ ਨਾਮ ਉੱਚਾ ਹੋਵੇ, ਤੇਰਾ ਨਾਮ ਮਹਿਮਾ ਪਾਏ ਔਰ ਤੂੰ ਆਦਰ ਪਾਏ ਪਿਤਾ। ਇਹਨਾਂ ਦੀ ਜ਼ਿੰਦਗੀ 'ਚ ਇਹ ਰਿਸੀਵ ਕਰਨ, ਵਿਸ਼ਵਾਸ ਕਰਨ ਔਰ ਆਨੰਦ ਨੂੰ ਗ੍ਰਹਿਣ ਕਰਨ। ਇਸੇ ਵਕਤ ਜੋ ਡਿਪਰੈਸ਼ਨ ਦੇ ਵਿੱਚ ਨੇ, ਆਨੰਦ ਨੂੰ ਗ੍ਰਹਿਣ ਕਰਨ, ਤੁਹਾਡੀ ਮਾਈਂਡ 'ਚ ਪੀਸ ਆਵੇ, ਸ਼ਾਂਤੀ ਆਵੇ, ਤੁਹਾਨੂੰ ਸ਼ਾਂਤੀਪੂਰਵਕ ਮਨ ਮਿਲੇ ਔਰ ਜੋ ਟੁੱਟੇ ਹੋਏ ਦਿਲ ਹੈ ਪਰਮੇਸ਼ਰ ਉਹਨਾਂ 'ਤੇ ਪੱਟੀਆਂ ਬੰਨੇ, ਔਰ ਜੋ ਨਕਾਰਾਤਮਕ ਸੋਚ ਲੈ ਕੇ ਬੈਠੇ, ਨੈਗੇਟਿਵ ਥੋਟ ਲੈ ਕੇ ਬੈਠੇ, ਪਰਮੇਸ਼ਰ ਉਹਨਾਂ ਦੇ ਥੋਟਸ ਨੂੰ, ਉਹਨਾਂ ਦੇ ਵਿਚਾਰਾਂ ਨੂੰ ਬਦਲੇ ਔਰ ਉਹਨਾਂ ਨੂੰ ਅੱਗੇ ਵਧਣ ਦੀ ਆਸ਼ਾ ਦੇਵੇ, ਜੀਣ ਦੀ ਆਸ਼ਾ ਦੇਵੇ। ਹੋਪ, ਇੱਕ ਨਿਊ ਹੋਪ
ਇਹਨਾਂ ਦੀ ਜ਼ਿੰਦਗੀ 'ਚ ਆਵੇ ਪਿਤਾ। ਤੇਰਾ ਧੰਨਵਾਦ ਯੀਸ਼ੂ ਦੇ ਨਾਮ 'ਚ, ਆਮੀਨ।